ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਕੈਨੇਡੀਅਨ ਸੱਚ ਟੀਵੀ ਔਰ ਅੱਜ ਦੇ ਇਸ ਖਾਸ ਐਪੀਸੋਡ ਦੇ ਵਿੱਚ ਇੱਕ ਐਕਸਕਲੂਸਿਵ ਗੱਲਬਾਤ ਹੋਣ ਜਾ ਰਹੀ ਹੈ। ਅੱਜ ਤੱਕ ਕੈਨੇਡੀਅਨ ਸੱਚ ਟੀਵੀ ਦੇ ਉੱਪਰ ਐਸਾ ਐਪੀਸੋਡ ਨਹੀਂ ਬਣਿਆ ਔਰ ਮੇਰਾ ਖਿਆਲ ਹੈ ਜਿਹਦੇ ਬਾਰੇ ਮੈਂ ਗੱਲ ਕਰਨ ਜਾ ਰਿਹਾ, ਜਿਸ ਟੌਪਿਕ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ, ਇਸ ਟੌਪਿਕ ਦੇ ਉੱਪਰ ਐਸੀ ਇਨਫੋਰਮੇਸ਼ਨ ਵੀ ਸ਼ਾਇਦ ਪਹਿਲਾਂ ਕਦੀ ਕਿਸੇ ਚੈਨਲ ਦੇ ਉੱਪਰ, YouTube ਦੇ ਉੱਪਰ, ਕਿਸੇ ਅਖਬਾਰ ਦੇ ਵਿੱਚ ਇਹ ਗੱਲਬਾਤ ਨਹੀਂ ਹੋਈ ਹੋਣੀ। ਮੈਂ ਗੱਲ ਕਰਨ ਜਾ ਰਿਹਾ ਅੱਜ ਰਾਹੁਲ ਗਾਂਧੀ ਦੀ। ਰਾਹੁਲ ਗਾਂਧੀ ਅਨਪਲੱਗਡ ਕਹਿ ਲਈਏ, ਰਾਹੁਲ ਗਾਂਧੀ ਜਿਸ ਨੂੰ ਤੁਸੀਂ ਨਹੀਂ ਜਾਣਦੇ, ਰਾਹੁਲ ਗਾਂਧੀ ਐਜ਼ ਅ ਪਰਸਨ, ਇੱਕ ਇਨਸਾਨ ਰਾਹੁਲ ਗਾਂਧੀ ਕੀ ਹੈ, ਰਾਹੁਲ ਗਾਂਧੀ ਦੀ ਪੜ੍ਹਾਈ ਕਿੱਥੋਂ ਤੱਕ ਉਹਨਾਂ ਨੇ ਕੀਤੀ ਹੋਈ ਹੈ ਔਰ ਉਹਨਾਂ ਦੀਆਂ ਹੌਬੀਜ਼ ਕੀ ਨੇ, ਰਾਹੁਲ ਗਾਂਧੀ ਜਦੋਂ ਗੁੱਸੇ ਦੇ ਵਿੱਚ ਹੁੰਦੇ ਆ ਤਾਂ ਉਹ ਕੀ ਕਰਦੇ ਨੇ, ਐਂਡ ਰਾਹੁਲ ਗਾਂਧੀ ਇਜ਼ ਅ ਜੀਨੀਅਸ। ਰਾਹੁਲ ਗਾਂਧੀ ਪੱਪੂ ਨਹੀਂ ਹੈ, ਉਹ ਬਹੁਤ ਜੀਨੀਅਸ ਨੇ, ਪੜ੍ਹੇ ਲਿਖੇ ਨੇ। ਇਹ ਸਾਰੀ ਗੱਲਬਾਤ ਅੱਜ ਆਪਾਂ ਕਰਾਂਗੇ ਔਰ ਇਸ ਨੂੰ ਮੈਨੂੰ ਲੱਗਦਾ ਹੈ ਇਨਾਮ ਹੋਊਗਾ ਰਾਹੁਲ ਗਾਂਧੀ ਅਨਪਲੱਗਡ, ਐਕਸਕਲੂਸਿਵ ਵੀ ਹੈ। ਔਰ ਇਹਦੀ ਰੈਫਰੈਂਸ ਮੈਂ ਦੱਸ ਦਿਆਂ ਪਹਿਲਾਂ ਹੀ, ਇਸ ਦੀ ਰੈਫਰੈਂਸ YouTube ਦੇ ਉੱਪਰ ਇੱਕ ਚੈਨਲ ਹੈ ਕਰਲੀ ਟੇਲਸ, ਕਾਮਿਆ ਜੈਨ ਉਹ ਚਲਾਉਂਦੇ ਨੇ। ਉਹਨਾਂ ਨੇ ਕੱਲ ਇੱਕ ਇੰਟਰਵਿਊ ਕੀਤਾ ਹੈ, ਲੰਚ ਦੀ ਜਗ੍ਹਾ ਡਿਨਰ ਕੀਤਾ, ਕਿਉਂਕਿ ਉਹਨਾਂ ਦਾ ਇੱਕ ਸ਼ੋਅ ਚੱਲਦਾ ਹੈ ਸੰਡੇ ਬ੍ਰੰਚ, ਪਰ ਉਹਨਾਂ ਨੇ ਰਾਹੁਲ ਗਾਂਧੀ ਨਾਲ ਡਿਨਰ ਕੀਤਾ ਯਾਤਰਾ ਦੇ ਦੌਰਾਨ। ਔਰ ਇਸ ਇੰਟਰਵਿਊ ਦੇ ਵਿੱਚ ਅੰਗਰੇਜ਼ੀ ਔਰ ਹਿੰਦੀ ਦੇ ਵਿੱਚ ਗੱਲਬਾਤ ਹੋਈ ਹੈ, ਪਰ ਮੈਂ ਤੁਹਾਨੂੰ ਉਹ ਸਾਰੀ ਗੱਲਬਾਤ ਦੱਸੂਗਾ ਪੰਜਾਬੀ ਦੇ ਵਿੱਚ, ਔਰ ਇਹ ਪਹਿਲਾਂ ਕਦੀ ਵੀ ਨਹੀਂ ਹੋਇਆ ਹੋਊਗਾ, ਸੋ ਕਰਟਸੀ ਦੇਣੀ ਵੀ ਬਣਦੀ ਹੈ, ਅਸੀਂ ਕਿਸੇ ਦਾ ਹੱਕ ਮਾਰਨਾ ਨਹੀਂ। ਸ਼ੁਰੂਆਤ ਮੈਂ ਕਰੂੰਗਾ ਰਾਹੁਲ ਗਾਂਧੀ ਉਹਨਾਂ ਦੀ ਇਸ ਯਾਤਰਾ ਦੇ ਇੰਟਰਸਟਿੰਗ ਪਾਰਟ ਤੋਂ। ਇੰਟਰਸਟਿੰਗ ਪਾਰਟ ਤੁਸੀਂ ਦੇਖ ਰਹੇ ਹੋ, ਯਾਤਰਾ ਦੇ ਵਿੱਚ ਜੋ ਟਰੱਕ ਚੱਲ ਰਹੇ ਨੇ ਜਿੱਥੇ ਰਾਹੁਲ ਗਾਂਧੀ ਹੁਣੀ ਸੌਂਦੇ ਆ ਔਰ ਸਾਰੀ ਟੀਮ ਰੁਕਦੀ ਹੈ, ਉਹ ਇੱਕ ਬਹੁਤ ਸ਼ਾਨਦਾਰ ਤਰੀਕੇ ਦੇ ਨਾਲ ਟਰੱਕ ਦੇ ਉੱਪਰ ਕੰਟੇਨਰ ਰੱਖ ਕੇ ਉਹਦੇ ਵਿੱਚ ਕਮਰੇ ਬਣਾਏ ਗਏ। ਸੋ ਇੱਕ ਵਧੀਆ ਚੀਜ਼ ਪਹਿਲਾ ਪਾਰਟ। ਦੂਜੀ ਗੱਲ, ਜੇ ਆਪਾਂ ਸ਼ੁਰੂ ਕਰੀਏ ਰਾਹੁਲ ਗਾਂਧੀ ਦੀ ਸਕੂਲਿੰਗ ਦੀ, ਜੇ ਮੈਂ ਗੱਲ ਕਰਾਂ ਤਾਂ ਰਾਹੁਲ ਗਾਂਧੀ ਉਹਨਾਂ ਦੀ ਸਕੂਲਿੰਗ ਹੋਮ ਸਕੂਲ ਰਹੀ ਹੈ, ਕਿਉਂਕਿ ਜਦੋਂ ਉਹਨਾਂ ਨੇ ਪੜ੍ਹਾਈ ਸ਼ੁਰੂ ਕੀਤੀ ਤਾਂ ਉਹਨਾਂ ਦੇ ਦਾਦਾ ਜੀ ਦਾ ਅਸੈਸੀਨੇਸ਼ਨ ਹੋ ਗਿਆ, ਕਤਲ ਹੋ ਗਿਆ, ਜਿਸ ਤੋਂ ਬਾਅਦ ਸਿਕਿਉਰਿਟੀ ਰੀਜ਼ਨਸ ਕਰਕੇ ਉਹਨਾਂ ਨੇ ਹੋਮ ਸਕੂਲ ਕੀਤਾ। ਘਰ ਦੇ ਵਿੱਚ ਹੀ ਉਹਨਾਂ ਨੂੰ ਪੜ੍ਹਾਇਆ ਜਾਂਦਾ ਸੀਗਾ ਔਰ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੇ ਨਾਲ ਕੁਝ ਟੀਚਰ ਬਹੁਤ ਚੰਗੇ ਸੀ ਤੇ ਕੁਝ ਬਹੁਤ ਮਾੜੇ ਵੀ ਰਹੇ ਨੇ। ਜਦੋਂ ਸਕੂਲਿੰਗ ਉਹਨਾਂ ਦੀ ਡਨ ਹੋ ਗਈ, ਹੋਮ ਸਕੂਲ ਹੋ ਗਿਆ, ਫਿਰ ਉਹ ਗਏ ਸੇਂਟ ਸਟੀਫਨ ਯੂਨੀਵਰਸਿਟੀ, ਜਿੱਥੇ 1 ਸਾਲ ਉਹ ਰਹੇ ਔਰ ਉਹਨਾਂ ਨੇ ਹਿਸਟਰੀ ਦੀ ਪੜ੍ਹਾਈ ਕੀਤੀ। ਐਂਡ ਅਗੇਨ ਉਸ ਤੋਂ ਬਾਅਦ ਫਿਰ ਉਹ ਮੂਵ ਹੋ ਗਏ ਹਾਰਵਰਡ ਯੂਨੀਵਰਸਿਟੀ ਕੈਂਬਰਿਜ ਦੇ ਵਿੱਚ, ਅਮਰੀਕਾ, USA, ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਇੰਟਰਨੈਸ਼ਨਲ ਰਿਲੇਸ਼ਨਸ ਐਂਡ ਪੋਲਿਟਿਕਸ। ਤੇ ਉੱਥੇ ਫਿਰ ਸਿਕਿਉਰਿਟੀ ਰੀਜ਼ਨਸ, ਕਿਉਂਕਿ ਫਿਰ ਕਤਲ ਹੋ ਜਾਂਦਾ ਹੈ, ਅਸੈਸੀਨੇਸ਼ਨ ਹੋ ਜਾਂਦਾ ਹੈ ਇੰਦਰਾ ਗਾਂਧੀ ਜੀ ਦਾ, ਐਂਡ ਫਿਰ ਸਿਕਿਉਰਿਟੀ ਰੀਜ਼ਨਸ ਕਰਕੇ ਉਹਨਾਂ ਨੇ ਆਪਣੀ ਅਗਲੀ ਪੜ੍ਹਾਈ ਜਿਹੜੀ ਹੈ ਲਾਰੈਂਸ ਕਾਲਜ ਤੋਂ ਕੀਤੀ, ਅਮਰੀਕਾ ਫਲੋਰੀਡਾ ਦੇ ਵਿੱਚ, ਇਕਨੋਮਿਕਸ ਦੀ। ਸੁਣੀ ਚੱਲੋ, ਹਜੇ ਮੈਂ ਤੁਹਾਨੂੰ ਸਕੂਲਿੰਗ ਤੋਂ ਬਾਅਦ ਯੂਨੀਵਰਸਿਟੀ ਐਂਡ ਕਾਲਜ ਦੱਸ ਰਿਹਾ। ਇਸ ਤੋਂ ਬਾਅਦ ਫਿਰ ਉਹਨਾਂ ਨੇ ਆਪਣੀ ਮਾਸਟਰ ਡਿਗਰੀ ਕੀਤੀ ਇੰਗਲੈਂਡ ਦੇ ਵਿੱਚ ਕੈਂਬਰਿਜ ਤੋਂ, ਜਿਹਦੇ ਵਿੱਚ ਉਹਨਾਂ ਨੇ ਡਿਵੈਲਪਮੈਂਟ ਇਕਨੋਮਿਕਸ ਐਂਡ ਫਿਲਾਸਫੀ ਪੜ੍ਹਿਆ। ਸੋ 2 ਤੋਂ 3 ਕੋਰ ਇੰਟਰਸਟ ਸਬਜੈਕਟ ਰਾਹੁਲ ਗਾਂਧੀ ਉਹਨਾਂ ਦੇ ਰਹੇ ਹੈ, ਇੰਟਰਨੈਸ਼ਨਲ ਡਿਵੈਲਪਮੈਂਟ ਐਂਡ ਪੋਲਿਟਿਕਸ, ਇੰਟਰਨੈਸ਼ਨਲ ਰਿਲੇਸ਼ਨਸ ਮਾਫ ਕਰਨਾ, ਫਿਰ ਡਿਵੈਲਪਮੈਂਟ ਐਂਡ ਇਕਨੋਮਿਕਸ, ਹਿਸਟਰੀ ਐਂਡ ਫਿਲਾਸਫੀ। ਇਹਨਾਂ 4 ਸਬਜੈਕਟਸ ਦੇ ਉੱਪਰ ਉਹਨਾਂ ਨੇ ਆਪਣੀ ਪੜ੍ਹਾਈ ਜਿਹੜੀ ਕੀਤੀ ਅਲੱਗ-ਅਲੱਗ ਯੂਨੀਵਰਸਿਟੀ ਐਂਡ ਕਾਲਜਸ ਤੋਂ, ਜੋ ਕਿ ਵਰਲਡ ਦੇ ਜਾਣੇ ਮਾਣੇ ਪਰਮੰਨੇ ਨਾਮ ਨੇ। ਸੇਂਟ ਸਟੀਫਨ ਹੋਵੇ, ਹਾਰਵਰਡ ਯੂਨੀਵਰਸਿਟੀ ਹੋਵੇ, ਲਾਰੈਂਸ ਕਾਲਜ ਹੋਵੇ, ਚਾਹੇ ਹੋਵੇ ਕੈਂਬਰਿਜ ਮਾਸਟਰ ਇੰਗਲੈਂਡ ਵਾਲਾ, ਇੰਗਲੈਂਡ ਦੇ ਵਿੱਚ ਜਿੱਥੇ ਉਹਨਾਂ ਨੇ ਪੜ੍ਹਾਈ ਕੀਤੀ ਹੈ। ਸੋ ਰਾਹੁਲ ਗਾਂਧੀ ਪੱਪੂ ਨਹੀਂ ਹੈ, ਰਾਹੁਲ ਗਾਂਧੀ ਇੱਕ ਜੀਨੀਅਸ ਨੇ ਔਰ ਬਹੁਤ ਉੱਚ ਦਰਜੇ ਦੀ ਪੜ੍ਹਾਈ ਉਹਨਾਂ ਨੇ ਕੀਤੀ ਹੈ, ਹਾਈ ਲੈਵਲ ਦੀ ਪੜ੍ਹਾਈ ਉਹਨਾਂ ਨੇ ਕੀਤੀ ਹੋਈ ਹੈ। ਸੋ ਮੈਨੂੰ ਨਹੀਂ ਲੱਗਦਾ ਬਹੁਤ ਜ਼ਿਆਦਾ ਲੋਕਾਂ ਨੇ ਕਦੀ ਇਸ ਦੀ ਇੰਨੀ ਡੀਪ ਰਿਸਰਚ ਕੀਤੀ ਹੋਊਗੀ। ਸੋ ਮੈਂ ਤੁਹਾਨੂੰ ਅੱਜ ਦੱਸ ਰਿਹਾ, ਇਹ ਤਾਂ ਹੋਗੀ ਇੱਕ ਐਜੂਕੇਸ਼ਨ। ਕਾਲਜ ਦੇ ਵਿੱਚ, ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਕੀ ਪੜ੍ਹਾਈ ਕੀਤੀ ਹੈ, ਰਾਈਟ। ਆਪਣੇ ਵਰਗਾ ਇੱਕ ਆਮ ਇਨਸਾਨ, ਈਵਨ ਜਿਹੜੇ ਕੋਈ ਅਮੀਰ ਘਰਾਂ ਦੇ ਬੱਚੇ ਵੀ ਨੇ, ਸ਼ਾਇਦ ਉਹ ਵੀ ਇੰਨੀ ਪੜ੍ਹਾਈ ਨਹੀਂ ਕਰਦੇ, ਕਿਉਂਕਿ ਪੈਸਾ ਹੁੰਦਾ, ਬਿਜ਼ਨਸ ਕਰਨਾ ਹੁੰਦਾ, ਇੰਨੀ ਪੜ੍ਹਾਈ ਲਈ ਨਹੀਂ ਜਾਂਦੇ। ਪਰ ਰਾਹੁਲ ਗਾਂਧੀ ਦੇ ਪਿਤਾ ਜੀ, ਦਾਦਾ ਜੀ ਸਾਰੇ ਬਹੁਤ ਵੱਡੇ ਲੀਡਰ ਸੀ, ਇੰਡੀਆ ਦੇ ਪੋਲੀਟੀਸ਼ੀਅਨਸ ਸੀਗੇ, ਪਰ ਫਿਰ ਵੀ ਪੜ੍ਹਾਈ ਰਾਹੁਲ ਗਾਂਧੀ ਉਹਨਾਂ ਨੇ ਕੀਤੀ ਔਰ ਇਸ ਲੈਵਲ ਦੀ ਪੜ੍ਹਾਈ ਕੀਤੀ ਹੈ। ਔਰ ਇੱਕ ਕਮਾਲ ਦੀ ਗੱਲ ਆ,
ਅੱਗੇ ਰਾਹੁਲ ਗਾਂਧੀ ਉਹਨਾਂ ਦੀ ਆਪਾਂ ਗੱਲ ਕਰਾਂਗੇ ਹੌਬੀਜ਼ ਦੀ, ਫੂਡ ਦੀ ਗੱਲ ਵੀ ਕਰਾਂਗੇ, ਪਰ ਪਹਿਲਾਂ ਮੈਂ ਹੌਬੀਜ਼ ਦੇ ਨਾਲ ਉਹਨਾਂ ਇਹਦੇ ਨਾਲ ਦੇਖੋ ਇੰਟਰਸਟ ਰਾਹੁਲ ਗਾਂਧੀ ਉਹਨਾਂ ਦੇ ਫਿਜ਼ੀਕਲੀ ਫਿਟ ਰਹਿਣ ਦੇ ਇੰਟਰਸਟ। ਰਾਹੁਲ ਗਾਂਧੀ ਉਹਨਾਂ ਨੇ ਕਿਹੜੀਆਂ ਸਪੋਰਟਸ ਕੀਤੀਆਂ ਸ਼ਾਇਦ ਤੁਹਾਨੂੰ ਕਦੀ ਪਤਾ ਨਹੀਂ ਹੋਣਾ। ਰਾਹੁਲ ਗਾਂਧੀ ਫ੍ਰੀ ਡਾਈਵਿੰਗ ਕਰਨਾ ਜਾਣਦੇ ਆ। ਫ੍ਰੀ ਡਾਈਵਿੰਗ ਦੇ ਵਿੱਚ ਉਹ ਇੱਕ ਤਰ੍ਹਾਂ ਦੇ ਐਕਸਪਰਟ ਨੇ, ਟ੍ਰੇਨਿੰਗ ਲਈ ਹੋਈ ਆ। ਸਕੂਬਾ ਡਾਈਵਿੰਗ ਦੇ ਵਿੱਚ ਵੀ ਰਾਹੁਲ ਗਾਂਧੀ ਚੰਗੀ ਤਰ੍ਹਾਂ ਮਾਹਰ ਨੇ, ਉਹਦੀ ਵੀ ਟ੍ਰੇਨਿੰਗ ਲਈ ਹੋਈ ਹੈ। ਇਸ ਤੋਂ ਇਲਾਵਾ ਬ੍ਰੈਥ ਹੋਲਡਿੰਗ ਜਿਹਨੂੰ ਅਸੀਂ ਕਹਿੰਦੇ ਆ, ਸਾਹ ਰੋਕ ਕੇ ਰੱਖਣਾ ਪਾਣੀ ਦੇ ਵਿੱਚ, ਔਰ ਇਹਦੀ ਵੀ ਟ੍ਰੇਨਿੰਗ ਉਹਨਾਂ ਨੇ ਲਈ ਹੋਈ ਹੈ। ਐਂਡ ਉਹ ਕਹਿੰਦੇ ਵੀ ਜਦੋਂ ਤਾਂ ਮੈਂ ਪ੍ਰੈਕਟਿਸ ਕਰਦਾ ਹੁੰਦਾ ਤਾਂ ਮੇਰਾ ਸਾਹ ਰੋਕਣ ਦਾ ਜਿਹੜਾ ਸਟੈਮਿਨਾ ਹੈ ਉਹ ਲੰਮਾ ਹੁੰਦਾ, ਸਮਾਂ ਬਹੁਤ ਤੱਕ ਮੈਂ ਰੋਕ ਲੈਂਦਾ, ਜਦੋਂ ਟ੍ਰੇਨਿੰਗ ਚੋਂ ਬਾਹਰ ਹੁੰਦਾ ਤਾਂ ਘਟ ਜਾਂਦੀ ਹੈ ਪਰਫਾਰਮੈਂਸ। ਇਸ ਦੇ ਨਾਲ ਨਾਲ ਰਾਹੁਲ ਗਾਂਧੀ ਹੋਣੀ ਸਾਈਕਲਿੰਗ ਦੇ ਬਹੁਤ ਸ਼ੌਕੀਨ ਐਂਡ ਸਾਈਕਲਿੰਗ ਵੀ ਲੋਕਲ ਸਾਈਕਲਿੰਗ ਨਹੀਂ, ਜਿਮ 'ਚ ਟ੍ਰੈਡਮਿਲ ਨਹੀਂ। ਉਹ ਕਹਿੰਦੇ ਮੈਂ ਸਾਈਕਲਿੰਗ ਕੀਤੀ ਹੈ ਅਕ੍ਰੋਸ ਕੰਟਰੀ, ਲੌਂਗ ਡਿਸਟੈਂਸ ਸਾਈਕਲਿੰਗ, ਜਿਹਦੇ ਵਿੱਚ ਉਹਨਾਂ ਨੇ ਸਪੇਨ ਐਂਡ ਇਟਲੀ ਵਰਗੀਆਂ ਕੰਟਰੀਜ਼ ਦੇ ਵਿੱਚ ਸਾਈਕਲਿੰਗ ਕੀਤੀ ਹੈ। ਐਂਡ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਹੈਗੀ। ਇਸ ਤੋਂ ਇਲਾਵਾ ਰਾਹੁਲ ਗਾਂਧੀ ਉਹਨਾਂ ਕੋਲੇ ਮਾਰਸ਼ਲ ਆਰਟਸ ਦੇ ਵਿੱਚ ਆਈਕੀਡੋ ਕੈਟਾਗਰੀ ਦੇ ਵਿੱਚ ਬਲੈਕ ਬੈਲਟ ਹੈ। ਸੋ ਆਪਾਂ ਅੱਜ ਤੱਕ ਇੱਕ ਇਮੇਜ ਰਾਹੁਲ ਗਾਂਧੀ ਉਹਨਾਂ ਦੀ ਇਹੀ ਬਣਾ ਦਿੱਤੀ ਕਿ ਉਹ ਤਾਂ ਜੀ ਪੱਪੂ ਨੇ, ਉਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਹੈਗਾ ਦੁਨੀਆ ਦਾ। ਈਵਨ ਇੱਥੋਂ ਤੱਕ ਕਹਿ ਦਿੱਤਾ ਕਿ ਰਾਹੁਲ ਗਾਂਧੀ ਸ਼ਾਇਦ ਉਹ ਇੱਕ ਨਾਰਮਲ ਇਨਸਾਨ ਹੀ ਨਹੀਂ ਹੈਗੇ, ਉਹਨਾਂ ਦੇ ਵਿੱਚ ਸ਼ਾਇਦ ਕੋਈ ਕਮੀ ਆ, ਪਰ ਨਹੀਂ। ਇਹਦੇ ਨਾਲ ਨਾਲ ਸੋਲੋ ਟਰੈਵਲ ਵੀ ਕਰਦੇ ਰਹੇ ਆ ਰਾਹੁਲ ਗਾਂਧੀ। ਕਹਿੰਦੇ ਮੈਂ ਬੈਕ ਇਨ ਟਾਈਮਸ ਕੱਲਾ ਟਰੈਵਲ, ਸੋਲੋ ਮਤਲਬ ਖੁਦ ਕੱਲੇ ਆਪਣਾ ਬੈਗ ਪੈਕ ਕਰਕੇ ਟਰੈਵਲ ਕਰਨ ਜਾਂਦੇ ਰਹੇ ਆ, ਈਵਨ ਸਮਟਾਈਮਸ ਵਿਦਆਊਟ ਸਿਕਿਉਰਿਟੀ। ਸੋ ਇਹ ਉਹਨਾਂ ਦੀਆਂ ਜਿਹੜੀਆਂ ਨੇ ਹੌਬੀਜ਼ ਰਹੀਆਂ। ਐਂਡ ਉਹ ਬਾਕਸਿੰਗ ਕਾਲਜ ਵੀ ਗਏ ਆ, ਤੇ ਨਾਲ ਦੇ ਨਾਲ ਹੁਣ ਵੀ ਜਦੋਂ ਉਹ ਯਾਤਰਾ ਦੇ ਉੱਪਰ ਹੈਗੇ ਆ, ਇਸ ਯਾਤਰਾ ਦੇ ਵਿੱਚ ਵੀ ਉਹ ਯੋਗਾ ਵੀ ਕਰਦੇ ਆ। ਐਂਡ ਇਸ ਯਾਤਰਾ ਦੇ ਵਿੱਚ ਉਹ ਆਪਣੇ ਮੈਟ ਨਾਲ ਕੈਰੀ ਕਰਦੇ ਹਨ। ਯਾਤਰਾ ਦੇ ਦੌਰਾਨ ਵੀ ਮਾਰਸ਼ਲ ਆਰਟਸ ਦੀ ਕਲਾਸ ਉੱਥੇ ਉਹ ਕਈ ਵਾਰੀ ਜਦੋਂ ਦਿੰਦੇ ਆ ਸਮਾਂ ਲੱਗਦਾ। ਸੋ ਇਹ ਰਾਹੁਲ ਗਾਂਧੀ ਉਹਨਾਂ ਦੀ ਐਜੂਕੇਸ਼ਨ, ਸਪੋਰਟਸ ਔਰ ਹੋਰ ਹੌਬੀਜ਼ ਦੇ ਵਿੱਚ ਉਹਨਾਂ ਨੇ ਜਿਹੜੀਆਂ ਮੱਲਾਂ ਮਾਰੀਆਂ ਹੋਈਆਂ, ਕੋਈ ਮਾੜੀ ਮੋਟੀ ਗੱਲ ਨਹੀਂ ਹੈ। ਫ੍ਰੀ ਫਾਲ, ਡਾਈਵਿੰਗ, ਸਕੂਬਾ, ਬਾਕਸਿੰਗ, ਆਈਕੀਡੋ ਐਂਡ ਇਦਾਂ ਦੀਆਂ ਬਲੈਕ ਬੈਲਟ ਹੋਣਾ ਇਹ ਹਰ ਕਿਸੇ ਦੇ ਵਾਸ ਦਾ ਰੋਗ ਨਹੀਂ ਹੈਗਾ। ਫੂਡ ਤੇ ਵੀ ਆਉਂਗਾ। ਫੂਡ ਦੀ ਗੱਲ ਜੇ ਕਰੀਏ ਤਾਂ ਰਾਹੁਲ ਗਾਂਧੀ ਦੇਸੀ ਖਾਣਾ ਪਸੰਦ ਕਰਦੇ ਆ। ਹਾਲਾਂਕਿ ਉਹ ਕਹਿੰਦੇ ਮੈਂ ਬਹੁਤ ਕੰਟਰੋਲਡ ਡਾਈਟ ਦੇ ਵਿੱਚ ਰਹਿਣਾ, ਜ਼ਿਆਦਾ ਖਾਣਾ ਨਹੀਂ ਖਾਂਦਾ। ਔਰ ਜੇ ਆਪਾਂ ਗੱਲ ਕਰੀਏ ਉਹ ਇੰਟੈਂਟ ਟੂ ਨਾਨ ਵੈਜੀਟੇਰੀਅਨ, ਉਹਨਾਂ ਨੇ ਕਿਹਾ ਕਿ ਮੈਨੂੰ ਨਾਨ ਵੈਜ ਖਾਣਾ ਚੰਗਾ ਲੱਗਦਾ, ਮੈਨੂੰ ਵਧੀਆ ਲੱਗਦਾ ਚਿਕਨ, ਤੰਦੂਰੀ, ਫਿਸ਼, ਸੀ ਫੂਡ ਖਾਣਾ ਮੈਨੂੰ ਕਹਿੰਦੇ ਵੈਸੇ ਪਸੰਦ ਆ, ਬਟ ਮੈਂ ਬੜਾ ਕੰਟਰੋਲ ਡਾਈਟ ਜਿਹੜਾ ਖਾਣਾ। ਪਰ ਇਸ ਯਾਤਰਾ ਦੇ ਵਿੱਚ ਕਹਿੰਦੇ ਮੈਂ ਸਾਰਾ ਕੁਝ ਖਾ ਰਿਹਾ, ਟਰਾਈ ਕਰ ਰਿਹਾ। ਪੂਰੇ ਇੰਡੀਆ ਦੇ ਵਿੱਚ ਅਲੱਗ-ਅਲੱਗ ਟੇਸਟ, ਸਾਰਾ ਕੁਝ ਅਲੱਗ-ਅਲੱਗ ਮਿਊਜ਼ਿਕ ਫੀਲ ਕਰ ਰਿਹਾ ਔਰ ਉਹਨਾਂ ਨੂੰ ਚੰਗਾ ਲੱਗ ਰਿਹਾ। ਇਹਦੇ ਮੋਟਿਵ ਤੇ ਵੀ ਮੈਂ ਆਉਂਗਾ, ਯਾਤਰਾ ਦਾ ਮੋਟਿਵ ਕੀ ਹੈ। ਇਸ ਤੋਂ ਇਲਾਵਾ ਕੀ ਤੁਹਾਨੂੰ ਪਤਾ ਰਾਹੁਲ ਗਾਂਧੀ ਉਹਨਾਂ ਨੇ ਨੌਕਰੀ ਵੀ ਕੀਤੀ ਹੈ। ਰਾਹੁਲ ਗਾਂਧੀ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੌਬ ਵੀ ਕੀਤੀ ਹੈ ਔਰ ਤਨਖਾਹ ਵੀ ਲਈ ਹੈ, ਔਰ ਉਸ ਵੇਲੇ ਵੀ ਹੀ ਜੌਬ ਕੀਤੀ ਹੈ ਤੇ ਤਨਖਾਹ ਲਈ ਹੈ ਜਦੋਂ ਇਹਨਾਂ ਦਾ ਪਰਿਵਾਰ ਪੋਲਿਟਿਕਸ ਦੇ ਵਿੱਚ ਪੀਕ ਤੇ ਸੀ, ਟੌਪ ਤੇ ਸੀ। ਲੋੜ ਨਹੀਂ ਸੀ ਰਾਹੁਲ ਗਾਂਧੀ ਨੂੰ ਕਿਸੇ ਨੌਕਰੀ ਕਰਨ ਦੀ। ਨੌਕਰੀ ਰਾਹੁਲ ਗਾਂਧੀ ਨੇ ਕੀਤੀ ਲੰਡਨ ਦੇ ਵਿੱਚ। ਲੰਡਨ ਦੇ ਵਿੱਚ ਇੱਕ ਕੰਪਨੀ ਸੀ ਮੋਨੀਟਰ ਐਂਡ ਸਟ੍ਰੈਟੇਜਿਕ ਕੰਪਨੀ, ਜਿਹੜੀ ਕਿ ਸਟ੍ਰੈਟਜੀਜ਼ ਬਣਾਉਂਦੀਆਂ, ਜਿਹਨੂੰ ਅਸੀਂ ਕਹਿੰਦੇ ਆ ਕਿ ਇੱਕ ਕੋਈ ਪਲੈਨਿੰਗ ਕਰਦੀਆਂ ਨੇ ਤੇ ਅੱਗੇ ਉਸ ਨੂੰ ਮੋਨੀਟਰ ਕਰਦਾ। ਇਦਾਂ ਦੀ ਇੱਕ ਕੰਪਨੀ ਵਾਸਤੇ ਉਹਨਾਂ ਨੇ ਨੌਕਰੀ ਕੀਤੀ। ਉਮਰ ਕਿੰਨੀ ਸੀ ਉਦੋਂ ਰਾਹੁਲ ਗਾਂਧੀ ਦੀ? 24 ਸਾਲ। ਲੰਡਨ ਦੇ ਵਿੱਚ ਨੌਕਰੀ ਕੀਤੀ। ਐਂਡ ਤਨਖਾਹ ਕਿੰਨੀ ਲਈ? ਪਹਿਲੀ ਤਨਖਾਹ ਕਹਿੰਦੇ ਉਸ ਵੇਲੇ ਦੇ ਵਿੱਚ 2500 ਤੋਂ 3000 ਪਾਉਂਡ ਤਨਖਾਹ ਕਹਿੰਦੇ ਮੈਂ ਲਈ ਸੀ, ਤੇ ਮੈਂ ਆਪਣਾ ਰੈਂਟ ਦਿੱਤਾ ਸੀ ਉਸ ਤਨਖਾਹ ਦੇ ਵਿੱਚੋਂ, ਤੇ ਹੋਰ ਜੋ ਰੋਜ਼ਮਰਾ ਦੇ ਖਰਚੇ ਹੁੰਦੇ ਸੀ ਜੋ ਇੱਕ ਆਮ ਇਨਸਾਨ ਸਾਡੇ ਵਰਗਾ ਕੈਨੇਡਾ ਦੇ ਵਿੱਚ ਕਿਰਾਇਆ ਦਿੰਦਾ, ਇੰਸ਼ੋਰੈਂਸ ਦਿੰਦਾ, ਗਰੋਸਰੀ ਦੇ ਪੈਸੇ ਦਿੰਦਾ, ਉਹ ਕਹਿੰਦੇ ਮੈਂ ਉਹ ਤਨਖਾਹ ਦੇ ਨਾਲ ਆਪਦਾ ਰੈਂਟ ਵਗੈਰਾ ਦਿੱਤਾ ਸੀ। ਹਾਲਾਂਕਿ ਕਹਿੰਦੇ ਤਨਖਾਹ ਉਸ ਵੇਲੇ ਦੇ ਹਿਸਾਬ ਨਾਲ ਬਹੁਤ ਸੀ, ਪਰ ਸੀਗੀ 2500 ਤੋਂ 3000 ਡਾਲਰ। ਉਮਰ 24 ਸਾਲ ਜਿਹੜੀ ਹੈ ਉਹਨਾਂ ਦੀ ਸੀਗੀ ਜਦੋਂ ਉਹਨਾਂ ਨੇ ਲੰਡਨ ਦੇ ਵਿੱਚ ਨੌਕਰੀ ਕੀਤੀ ਹੈ। ਫਿਰ ਪੋਲਿਟਿਕਸ ਦੇ ਵਿੱਚ ਵੀ ਕਹਿੰਦੇ ਇੰਸਪਾਇਰ ਕਿਉਂ ਹੋਏ, ਕਿਉਂ ਆਏ? ਕਿਉਂਕਿ ਉਹ ਕਹਿੰਦੇ ਜੋ ਮੇਰੀ ਜ਼ਿੰਦਗੀ ਦੇ ਵਿੱਚ ਦੋ ਮੌਤਾਂ ਹੁੰਦੀਆਂ ਨੇ, ਦਾਦਾ ਜੀ ਦੀ ਔਰ ਉਹਨਾਂ ਦੇ ਦਾਦੀ ਜੀ ਦੀ, ਜਿਹਦੇ ਕਰਕੇ ਉਹਨਾਂ ਨੇ ਚੂਜ਼ ਕੀਤਾ ਕਿ ਪੋਲਿਟਿਕਸ ਦੇ ਵਿੱਚ ਆਣਾ। ਦੈਟ ਇੰਸਪਾਇਰਡ ਹਿਮ ਟੂ ਜੁਆਇਨ ਪੋਲਿਟਿਕਸ। ਫਿਰ ਪੱਤਰਕਾਰ ਨੇ ਸਵਾਲ ਪੁੱਛਿਆ, ਜਦੋਂ ਬਲੌਗਰ ਨੇ, ਟਰੈਵਲਰ ਨੇ, ਕਿ ਕਈ ਵਾਰ ਤਾਂ ਜਦੋਂ ਤੁਹਾਡੇ ਘਰ ਦੇ ਵਿੱਚ ਆਲੇ ਦੁਆਲੇ
उस कारण करके पॉलिटिक्स करके जे मौत होवे फिर बंदा कहता मैं की लेना, पर कहते नहीं, मैनू शुरू तो सिखाया गया कि बी फेयरलैस, कि डरना नहीं हैगा, खुले मैदान दे विच खुले घूमो, डर नाम की चीज़ कहते मैनू शुरू तो ही मेरे परिवार दे विच नहीं दसी गई, नहीं सिखाई गई, और फीयरलैस रहना ही जिहड़ा हैगा उहदी ट्रेनिंग दी गई। और खास गल जो एक होर सवाल पूछा, राहुल गांधी एक वड्डे पॉलिटिशियन ने, वड्डा नाम है, वड्डा चेहरा है इंडिया का, ते गुस्सा तो उन्होंने भी इंसाना वर्गा आउंदा, और जो कहते गुस्से की गल आउंदी तो राहुल गांधी उन्होंने की क्या कहते कि मैं कोशिश करदा, मेरी प्रायोरिटी ये हुंदी है, पहले ये हुंदी है कि मैं शांत रवां, मैं चुप रवां और उस मौके नूं टालिया जावे। इन केस कहते फिर भी नहीं हल हुंदा तां आए कहते मैं चूज करदा, मैं डिसाइड करदा, मेरी कोशिश हुंदी है कि मैं बैक डाउन कर जा, मैं माफ़ी मंग ला, मैं नरम पै जा। सो ये एक एडे वड्डे शख्स की ये खास गल है, और उहदे बारे गल्लां शायद बहुत घट हुई। सो हिंदी और अंग्रेजी च इंटरव्यू पे आ, पर मेरा मकसद ये भी सी तुहानूं पंजाबी च गल्लां दस्सियां जाण, और आस करूँगा तुहानूं ये चंगियां लग रही होणगियां। अगे चलदे आ, हुण माँ बाप भी उदा, बच्चे भी उदा, सो पैंपर्ड चाइल्ड हुंदे जिन्होंने बच्चों को बहुत लाडिया जाता, परोसिया जाता, बड़ा लाड लडाया जाता। सो वो कहते भी बिल्कुल ये भी हुंदा सीगा, कहते मैनू ज़्यादा लाड प्यार करदियां सी फीमेल्स घरां दीयां औरतां, और उन्हां दी जिहड़ी सकी भैण है प्रियंका गांधी, और उस तो कहते भी उन्हां नूं जिहड़ा पैंपर हैगा एक परिवार दे मेल, जिवें अक्सर हुंदा कि एक बाप दा प्यार धी नाल ज़्यादा हुंदा, धी नूं वध लाड लडाउंदा और माँ पुੱਤ ਨੂੰ ਵੱਧ ਲਾਡ ਲਾਉਂਦੇ। और एक होर गल इंटरस्टिंग जिहड़ी है कि जिवें असीं आम घरां दे विच भरा भैण लड़दे, कहंदे असीं भी बड़ा लड़दे रहे हां, बड़ा एक दूजे नाल असीं घरां दे विच रिमोट पिछे लड़ पैना, खाने पिछे, किसी होर गल पिछे, कहंदे साडा भी झगड़ा हुंदा रहा। पर कहंदे जदों दो मौतां घरां दे विच हो गईयां फिर असीं एक सीरीयस जिंदगी वाले पासे आ गए। बड़ा इंटरस्टिंग इहदे विच तुहानूं मैं होर गल्लां दसदा। ट्रोल बहुत हुए हैं राहुल गांधी, अज तक भी ट्रोल हो रहा। ट्रोल तो मतलब उन्होंने का मजाक बहुत उड़ाया जाता, और उदों राहुल गांधी की करते हैं, किवें हैंडल करते हैं कि असी बहुत देखा है, बहुत सारे मीम्स इंग्लिश असीं उहनूं कहने इंस्टाग्राम के उपर, फेसबुक के उपर, व्हाट्सएप ग्रुपां दे विच बहुत मजाक उड़ाया गया अज तक राहुल गांधी का। वो कहते कि मेरा सिंपल जा फंडा है, मैनू कोई गाल कढ़दा, मैनू कोई माड़ा कहंदा, आई डोंट टेक इट, मैं वो लैंदा ही नहीं, उच्चारण है उहदे कोले आ, उहदे कोले रह गया, मैं वो चीज़ लैंदा ही नहीं हैगा। नैगेटिविटी गालां और ये जो मजाक ट्रोल बनते हैं, मीम्स बनते हैं, कहते मैं लैंदा ही नहीं। पर कहते जे मैनू कोई प्यार नाल, रिस्पैक्ट नाल क्रिटिसिज्म दे रहा है, क्रिटिसाइज कर रहा, आलोचना कर रहा है, हैल्दी आलोचना कर रहा है, तो उसनूं मैं लै लैना, तो फिर मैं उहदे उपर विचार करदा, और ये एक वड्डी शख्सियत की एक सोचनी है। इस तो इलावा जिवें हल्कियां फुल्कियां गल्लां भी हुईयां कि राहुल गांधी जो सौंदे आ तो उन्होंने कमरे दे विच बैड दे कोल वो की रखते हैं। ये बड़ी इंटरस्टिंग ते बड़ी वधिया गल मैनूं भी लगी। वो कहते मेरे बैड के दरवाजे दे विच मेरी ID, एक मेरा पासपोर्ट ते कुछ धार्मिक शख्सियत, धार्मिक गुरुआं दीयां तस्वीरां हुंदियां ने, जिवें कि अच्छा जां धार्मिक चीज़ां हुंदियां ने, जिवें कि रुद्राक्ष वो कहते मेरे कोले मेरे दराज दे विच हुंदा। वो कहते शिवा दीयां तस्वीरां, लॉर्ड शिवा, शिव जी भगवान दीयां, शिवा भोलेनाथ जी दीयां तस्वीरां कोई एक दो कहते मेरे कोले मेरे बैड दे नाल दराज दे विच हुंदियां। एंड बुद्धा, लॉर्ड बुद्धा दी भी कहते मैं फोटो जिहड़ी है अपने दराज दे विच रखदा। एंड फोन कहते मैं ज़्यादा चलाउंदा नहीं, सौण लग्गिया मैं फोन रख देना दूर। इस तो इलावा वड्डा सवाल जो पूछा गया, जो कि अज इस यात्रा तो राहुल गांधी उन्होंने एक वधिया वखरी इमेज आ रही है कि जे राहुल गांधी वाकई जी आने वाले समय प्रधानमंत्री बन जाते हैं तो किहड़ियां 3 चीज़ां होणगियां जो राहुल गांधी करनगे। और इन्ने इंटलैक्चुअल जवाब मैनूं नहीं लगता अज तक राहुल गांधी उन्होंने किसी इंटरव्यू शायद दिते होणगे, क्योंकि उन्होंने इंटरव्यूज़ दे विच उन्होंने कभी कंफर्टेबली गल करन दित्ती ही नहीं गई, कभी पर्सनल इंटरव्यू उन्होंने होया ही नहीं हैगा कि राहुल गांधी एक इंसान किवें ने, राहुल गांधी की सोच की है, एक कंफर्टेबल काम माहौल दे विच मैनूं नहीं लगता राहुल गांधी उन्हां दे नाल कदी इदां दी गलबात हुई है। और 3 चीज़ां वो कहंदे जे मैं करनियां चाहूँगा अपने देश दे विच, कहंदे एजुकेशन सिस्टम नूं बैटर करना है, दूजे नंबर ते जिहड़े स्मॉल स्केल बिजनेस ने
ਉਹਨਾਂ ਦੀ ਕਹਿੰਦੇ ਮੈਂ ਹੈਲਪ ਕਰਨੀ ਹੈ ਤਾਂ ਕਿ ਉਹਨਾਂ ਦੀ ਪ੍ਰੋਡਕਸ਼ਨ ਵਧੇ, ਨਾ ਕਿ 5 10 15 20 ਪਰਿਵਾਰ ਦੇਸ਼ ਦੇ ਹੀ ਵਧੀ ਜਾਣ। ਕਹਿੰਦੇ ਮੇਰੀ ਸੋਚ ਹੈ ਕਿ ਜਿਹੜੇ ਛੋਟੇ ਵਪਾਰੀ ਨੇ ਉਹਨਾਂ ਨੂੰ ਪ੍ਰੋਡਕਸ਼ਨ 'ਚ ਮਦਦ ਕੀਤੀ ਜਾਵੇ। ਤੀਜਾ ਬੜਾ ਵਧੀਆ ਜਵਾਬ ਉਹਨਾਂ ਨੇ ਦਿੱਤਾ ਕਿ ਮੈਂ ਲੋਕਾਂ ਨੂੰ, ਆਵਾਮ ਨੂੰ ਪ੍ਰੋਟੈਕਟ ਕਰਨਾ ਚਾਹੁੰਦਾ, ਉਹਨਾਂ ਦੀ ਰੱਖਿਆ ਕਰਨਾ ਚਾਹੁੰਦਾ ਕਿ ਜਿਹੜੇ ਲੇਬਰਰਸ ਨੇ, ਫਾਰਮਰਸ ਨੇ, ਕਿਸਾਨ ਨੇ, ਮਜ਼ਦੂਰ ਨੇ ਔਰ ਇਸ ਤਰੀਕੇ ਜਿਹੜੇ ਹੋਰ ਲੋਕ ਨੇ ਉਹਨਾਂ ਨੂੰ ਪ੍ਰੋਟੈਕਟ ਕਰਾਂ, ਉਹਨਾਂ ਦਾ ਧਿਆਨ ਰੱਖਾਂ, ਉਹਨਾਂ ਦੀ ਸੇਫਟੀ ਦਾ ਖਿਆਲ ਰੱਖਾਂ। ਉਹ ਕਹਿੰਦੇ ਮੇਰਾ ਇੱਕ ਮੋਟਿਵ ਹੈਗਾ। ਔਰ ਮਦਦ ਕਰਾਂ, ਹੈਲਪ ਪੀਪਲ, ਕਿ ਜਿਹੜੇ ਉੱਠਣਾ ਚਾਹੁੰਦੇ ਨੇ, ਕੁਝ ਕਰਨਾ ਚਾਹੁੰਦੇ ਨੇ ਔਰ ਸਕੂਨ ਦੀ ਜ਼ਿੰਦਗੀ ਬਿਤਾ ਸਕਣ। ਇਹ ਕਹਿੰਦੇ ਮੇਰੀਆਂ ਉਹ 3 ਚੀਜ਼ਾਂ ਜਿਹੜੀਆਂ ਜ਼ਰੂਰੀ ਹੈ। ਮੈਨੂੰ ਲੱਗਦਾ ਕਿ ਜੇ ਮੈਂ PM ਬਣਦਾ ਤਾਂ ਮੈਂ ਇਹ, ਪ੍ਰਧਾਨ ਮੰਤਰੀ ਬਣਦਾ ਤਾਂ ਇਹ ਮੈਂ ਕਰੂੰਗਾ। ਇਸ ਤੋਂ ਇਲਾਵਾ ਯਾਤਰਾ ਦੀ ਵੀ ਜੇ ਮੈਂ ਗੱਲ ਕਰਾਂ ਤਾਂ ਯਾਤਰਾ ਦਾ ਹੁਣ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸ਼ੁਰੂਆਤ ਕੀ ਹੋਈ ਸੀ, ਵਿਜ਼ਨ ਕੀ ਸੀ। ਉਹ ਇਹ ਸੀ ਕਿ ਪਿਆਰ ਵੰਡੋ, ਨਫ਼ਰਤ ਛੱਡੋ, ਨਫ਼ਰਤ ਨੂੰ ਖਤਮ ਕਰੋ, ਪਿਆਰ ਅਪਣਾਓ ਔਰ ਰਲ ਮਿਲ ਕੇ ਰਹੋ, ਭਾਰਤ ਜੋੜੋ। ਸੋ ਇਹ ਕਹਿੰਦੇ ਇਹਦਾ ਮਕਸਦ ਸੀਗਾ ਹੇਟਰੇਡ ਨੂੰ ਅਵੋਇਡ ਕਰਨਾ, ਸਪਰੈਡ ਲਵ ਐਂਡ ਪੀਸ। ਜਿਹੜੀ ਖਾਸ ਗੱਲ ਇੱਕ ਹੋਰ ਇਹਦੇ ਚ ਉਹਨਾਂ ਨੇ ਕੀਤੀ, ਕਹਿੰਦੇ ਤਪੱਸਿਆ ਹੈ, ਇੱਕ ਤਪੱਸਿਆ, ਉਹ ਇਦਾਂ ਦੇ ਲਫ਼ਜ਼ ਯੂਜ਼ ਕਰਦੇ ਆ ਕਿਉਂਕਿ ਉਹ ਧਰਮ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਦਾ ਇੰਟਰਸਟ ਹੈਗਾ, ਮੰਨਦੇ ਆ ਰੱਬ ਨੂੰ, ਮੈਡੀਟੇਸ਼ਨ ਕਰਦੇ ਆ, ਧਿਆਉਂਦੇ ਆ। ਔਰ ਇੱਕ ਕਹਿੰਦੇ ਵੀ ਮੇਰੇ ਵਾਸਤੇ ਇੱਕ ਜੋ ਜੇ ਰੱਬ ਦੀ ਗੱਲ ਕਰੀਏ, ਸਪਿਰਿਚੁਅਲਿਟੀ ਦੀ ਗੱਲ ਕਰੀਏ ਤਾਂ ਉਹ ਕੀ ਹੈ, ਕਹਿੰਦੇ ਸੱਚ ਤੇ ਚੱਲਣਾ, ਸੱਚ ਦਾ ਪਹਿਰਾ ਦੇਣਾ। ਸੋ ਇਹ ਯਾਤਰਾ ਦਾ ਵਿਜ਼ਨ ਤਾਂ ਸੀਗਾ, ਪਰ ਯਾਤਰਾ ਤੋਂ ਸਿੱਖਿਆ ਕੀ ਹੈ ਉਸ ਤੋਂ ਜ਼ਿਆਦਾ ਇੰਪੋਰਟੈਂਟ ਹੈ। ਉਹ ਇਹ ਸਿੱਖਿਆ, ਰਾਹੁਲ ਗਾਂਧੀ ਉਹਨਾਂ ਦਾ ਜਵਾਬ ਬੜਾ ਵਧੀਆ ਲੱਗਿਆ ਮੈਨੂੰ। ਕਹਿੰਦੇ ਪੇਸ਼ੈਂਸ, ਸਬਰ, ਸੰਤੋਖ, ਸ਼ਾਂਤ ਰਹਿਣਾ, ਗੁੱਸਾ ਨਾ ਕਰਨਾ, ਖਿਜਣਾ ਨਾ, ਕਿਸੇ ਨੂੰ ਬੁਰਾ ਨਾ ਬੋਲਣਾ, ਮੂੰਹ ਦੇ ਵਿੱਚੋਂ ਕਿਸੇ ਲਈ ਗਾਲ ਨਾ ਨਿਕਲਣੀ। ਕਹਿੰਦੇ ਇਹ ਸਿੱਖਿਆ ਕਿਉਂਕਿ ਯਾਤਰਾ 'ਚ ਧੱਕੇ ਵੀ ਪੈਂਦੇ ਆ, ਯਾਤਰਾ 'ਚ ਲੋਕ ਆ ਕੇ ਚਿੰਬੜ ਵੀ ਜਾਂਦੇ ਆ, ਲੋਕ ਕਈ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ। ਕਹਿੰਦੇ ਮੈਨੂੰ ਇਸ ਯਾਤਰਾ ਨੇ ਸਭ ਤੋਂ ਵੱਡੀ ਚੀਜ਼ ਮੈਂ ਸਿੱਖ ਲਈ ਉਹ ਹੈਗਾ ਸਬਰ, ਸੰਤੋਖ, ਪੇਸ਼ੈਂਸ, ਜੋ ਕਿ ਬਹੁਤ ਕਮਾਲ ਦੀ ਗੱਲ ਰਾਹੁਲ ਗਾਂਧੀ ਉਹਨਾਂ ਨੇ ਕੀਤੀ। ਔਰ ਜਿੱਥੋਂ ਤੱਕ ਮੈਡੀਟੇਸ਼ਨ ਦੀ ਗੱਲ ਆ, ਉਹ ਕਹਿੰਦੇ ਕਿਉਂਕਿ ਮੈਂ ਪੱਕਾ ਤਾਂ ਨਹੀਂ ਮੈਡੀਟੇਸ਼ਨ ਕਰਦਾ, ਧਿਆਨ ਤੇ ਹੁੰਦਾ, ਧਿਆਨ ਦੇ ਵਿੱਚ ਚਲਾ ਜਾਂਦਾ, ਆਪਣੇ ਆਪ ਨਾਲ ਗੱਲਾਂ ਕਰਦਾ, ਪਰ ਕਿਸੇ ਵੇਲੇ ਹੁਣ ਵੀ ਜੇ ਕਦੀ ਮੈਨੂੰ ਟਾਈਮ ਮੌਕਾ ਲੱਗੇ ਤਾਂ ਮੈਂ 15-20 ਦਿਨ ਦੇ ਲਈ ਕਿਤੇ ਚਲਾ ਜਾਂਦਾ, ਮੈਂ ਉੱਥੇ ਜਾ ਕੇ ਫਿਰ ਧਿਆਨ ਕਰਦਾ। ਸੋ ਇਹ ਉਹਨਾਂ ਦਾ ਜਵਾਬ ਸੀਗਾ। ਲਾਸਟ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਆਖਰੀ ਗੱਲ, ਕਿਉਂਕਿ ਅੱਜ ਤੱਕ ਦੇ ਮੈਨੂੰ ਲੱਗਦਾ ਸਲਮਾਨ ਖਾਨ ਤੋਂ ਬਾਅਦ ਜੇ ਕੋਈ ਵੱਡਾ ਨਾਮ ਇੰਡਸਟਰੀ ਆਫ ਐਂਟਰਟੇਨਮੈਂਟ ਦੀ ਹੈ ਤੇ ਆ ਪੋਲਿਟਿਕਸ ਦੀ ਹੈ, ਜੇ ਕੋਈ ਬਹੁਤ ਵੱਡਾ ਨਾਮ ਹੈਗਾ ਵਿਆਹ ਨਾ ਕਰਾਉਣਾ, ਬੈਚਲਰ ਰਹਿਣਾ, ਕੁਵਾਰੇ ਰਹਿਣਾ ਜਾਂ ਛੜੇ ਰਹਿਣਾ, ਤਾਂ ਉਹ ਰਾਹੁਲ ਗਾਂਧੀ ਉਹਨਾਂ ਦਾ ਨਾਮ ਹੈ। ਪਰ ਉਹ ਕਹਿੰਦੇ ਕਿ ਮੈਂ ਬਿਲਕੁਲ ਕਦੀ ਵਿਆਹ ਦੇ ਖਿਲਾਫ ਨਹੀਂ ਹੈਗਾ, ਵਿਆਹ ਕਰਾਉਣ ਲਈ ਤਿਆਰ ਆ, ਪਰ ਮੇਰਾ ਜਿਹੜਾ ਐਕਸਪੈਕਟੇਸ਼ਨ, ਉਮੀਦ ਹੈ, ਉਹ ਮੇਰਾ ਲੈਵਲ ਬੜਾ ਉੱਚਾ, ਕਿਉਂਕਿ ਮੈਂ ਆਪਦੇ ਪਰਿਵਾਰ ਦੇ ਵਿੱਚ ਮੈਂ ਆਪਦੇ ਮਦਰ ਤੇ ਫਾਦਰ, ਮਾਂ ਪਿਓ ਦਾ ਜੋ ਉਹਨਾਂ ਦਾ ਬੌਂਡਿੰਗ ਸੀ, ਰਿਸ਼ਤਾ ਸੀ, ਪਿਆਰ ਸੀ, ਉਹ ਇੰਨਾ ਜ਼ਿਆਦਾ ਸੱਚਾ ਸੁੱਚਾ ਸੀ, ਦਰਜਾ ਬਹੁਤ ਉੱਚਾ ਸੀ, ਇੰਨਾ ਵਧੀਆ ਸੀ। ਇਸ ਕਰਕੇ ਮੇਰੀ ਲੈਵਲ ਵੀ ਬੜਾ ਹਾਈ ਆ। ਬਟ ਮੈਨੂੰ ਕੁੜੀ ਜੇ ਚਾਹੀਦੀ ਆ ਤਾਂ ਸਿਰਫ ਪਿਆਰ ਕਰਨ ਵਾਲੀ ਤੇ ਇੰਟੈਲੀਜੈਂਟ ਹੋਵੇ, ਸਮਝਣ ਵਾਲੀ ਹੋਵੇ। ਸੋ ਅਦਰਵਾਈਜ਼ ਵਿਆਹ ਨਾ ਕਰਾਉਣ ਦਾ ਕੋਈ ਖਾਸ ਵਜ੍ਹਾ ਨਹੀਂ ਹੈਗੀ। ਤੇ ਉਹ ਕਹਿੰਦੇ ਇਦਾਂ ਮੇਰੇ ਲਈ ਬਣਾਈ ਗਈ ਇਮੇਜ ਕਈ ਤਰ੍ਹਾਂ ਦਾ ਮੰਦਾ ਚੰਗਾ ਬੋਲੇਗਾ, ਬਟ ਕਹਿੰਦੇ ਮੈਂ ਬਿਲਕੁਲ ਮਨਾ ਨਹੀਂ ਕਰਦਾ, ਭੱਜਦਾ ਨਹੀਂ, ਬਾਕੀ ਉਹ ਪਰਿਵਾਰ ਦਾ ਫੈਸਲਾ ਹੁੰਦਾ। ਸੋ ਇਹ ਸਾਰੀਆਂ ਗੱਲਾਂ ਇੱਕ ਅੱਧੇ ਘੰਟੇ ਦੇ ਇੰਟਰਵਿਊ ਦੇ ਵਿੱਚ ਰਾਹੁਲ ਗਾਂਧੀ ਉਹਨਾਂ ਨੇ ਕਰਲੀ ਟੇਲਸ ਦੀ ਜਰਨਲਿਸਟ ਬਲੌਗਰ ਨਾਲ ਕੀਤੀਆਂ ਤੇ ਅੰਗਰੇਜ਼ੀ ਔਰ ਹਿੰਦੀ ਦੇ ਵਿੱਚ ਤਕਰੀਬਨ 1.5 ਮਿਲੀਅਨ ਲੋਕਾਂ ਨੇ ਦੇਖ ਲਿਆ। ਬਟ ਮੇਰਾ ਮਕਸਦ ਸੀ ਸਾਡੀ ਆਡੀਅנס, ਰੀਜਨਲ ਆਡੀਅנס, ਪੰਜਾਬੀ ਆਡੀਅנס, ਕੈਨੇਡਾ ਔਰ ਇੰਡੀਆ, ਜਿੱਥੇ ਸਾਡੇ ਲੋਕ ਬੈਠ ਕੇ ਦੇਖਦੇ ਨੇ ਕੈਨੇਡੀਅਨ ਸੱਚ ਟੀਵੀ ਨੂੰ, ਤੁਹਾਨੂੰ ਇਹ ਮੈਂ ਪੰਜਾਬੀ ਦੇ ਵਿੱਚ ਦੱਸ ਸਕਾਂ, ਕਿਉਂਕਿ ਐਜੂਕੇਸ਼ਨ, ਹੌਬੀ ਔਰ ਇਦਾਂ ਦੀਆਂ ਗੱਲਾਂ ਰਾਹੁਲ ਗਾਂਧੀ ਉਹਨਾਂ ਬਾਰੇ ਪਰਸਨਲ ਬਾਹਰ ਨਹੀਂ ਆਈਆਂ। ਔਰ ਮੈਨੂੰ ਨਾ ਜੱਜ ਕਰਿਓ, ਸਾਡੇ ਚੈਨਲ ਨੂੰ ਨਾ ਜੱਜ ਕਰਿਓ। ਰਾਹੁਲ ਗਾਂਧੀ ਉਹਨਾਂ ਦੇ ਪਰਿਵਾਰ ਦੇ ਬੈਕਗ੍ਰਾਉਂਡ, ਕਾਂਗਰਸ ਪਾਰਟੀ ਦੇ ਪੋਲੀਟੀਕਲੀ ਮੂਵਮੈਂਟਸ ਜੋ ਰਹੀਆਂ ਨੇ, ਉਹਨਾਂ ਦੀਆਂ ਜੋ ਕੀਤਾ ਐਕਟੀਵਿਟੀ ਕੀਤੀਆਂ, ਧਰਮ ਨਾਲ ਜੁੜੀਆਂ, ਪੰਜਾਬ ਨਾਲ ਜੁੜੀਆਂ, ਇਸ ਸ਼ੋਅ ਦਾ ਖਾਸ ਐਕਸਕਲੂਸਿਵ ਹੈ, ਅਸੀਂ ਹਰ ਰੋਜ਼ ਨਹੀਂ ਕਰਦੇ। ਇਹਦਾ ਉਹ ਮੁੱਦਾ ਨਹੀਂ ਹੈ। ਉਸ ਮੁੱਦੇ ਦੇ ਵਿੱਚ ਮੇਰਾ ਓਪੀਨੀਅਨ ਵੱਖਰਾ ਹੋ ਸਕਦਾ, ਤੁਹਾਡਾ ਵੱਖਰਾ ਹੋ ਸਕਦਾ, ਪਰ ਮੈਂ ਉਹਨਾਂ ਚੀਜ਼ਾਂ ਨੂੰ ਨਾ ਐਪਰੀਸ਼ੀਏਟ ਕਰ ਰਿਹਾ, ਨਾ ਮੈਂ ਜ਼ਿਕਰ ਕਰ ਰਿਹਾ। ਇਹ ਇੱਕ ਸਪੈਸ਼ਲ ਸ਼ੋਅ ਰਿਕਾਰਡਿੰਗ
सिर्फ एक राहुल गांधी उन्होंने निजी जिंदगी पर्सनली राहुल गांधी किहो जिहे इंसान ने, कित्थों कित्थों पढ़ाई की है, किद्दां नौकरी की है, की सोच रखते हैं, की खाते हैं, किवें जिंदगी आम जिंदगी किवें बतीत करते हैं, घूमना फिरना किवें चंगा लगता है। ये मकसद सीगा इस शो करन दा, गलबात करन दा, क्योंकि ये पहला कदी नहीं हुई। सो अल्टीमेटली राहुल गांधी इज नॉट अ पप्पू बट यस इंडीड ही इज अ जीनियस। वो जीनियस ने, ये कोई शक नहीं। और ये इंटरव्यू बहुत भुलेखे कढ़ रहा है, बाकियां दे होरां दे भी कढ़ देगा। सो मैनू लगदा ये प्रोग्राम थानू चंगा लग्या होगा, चंगा या माड़ा जिस तरीके का भी लग्या कोशिश करियो कमेंट करके सानू अपना फीडबैक जरूर भेजो। होर नवें अपडेट्स दे लई बने रहो कनेडियन साथ टीवी दे नाल। धन्नवाद।